ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਾਹਿਤਿਕ ਜਾਣਕਾਰੀ 'ਤੇ। ਜੋ ਵਿਦਿਆਰਥੀ UGC ਨੈਟ ਦੀ ਤਿਆਰੀ ਕਰ ਰਹੇ ਹੈ, ਟੈਟ, ਮਾਸਟਰ ਕੈਡਰ ਜਾਂ ਫਿਰ ਜਿਨ੍ਹਾਂ ਨੇ UPSC ਦੇ ਲਈ ਪੰਜਾਬੀ ਲਿਟਰੇਚਰ ਰੱਖੀ ਹੋਈ ਹੈ, ਇਸ ਤੋਂ ਬਿਨਾਂ +1 +2 ਦੇ ਵਿਦਿਆਰਥੀ ਵੀ ਜਿਨ੍ਹਾਂ ਨੇ ਪੰਜਾਬੀ ਲਿਟਰੇਚਰ ਰੱਖੀ ਹੋਈ ਹੈ, ਉਹਨਾਂ ਲਈ ਇਹ ਵੀਡੀਓ ਬਹੁਤ ਹੀ ਲਾਭਕਾਰੀ ਸਿੱਧ ਹੋਵੇਗੀ। ਇਸ ਕਰਕੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਅੱਜ ਦਾ ਆਪਣਾ ਵਿਸ਼ਾ ਹੈ ਕਵਿਤਾ ਭਾਗ। ਦੇਖੋ, ਪੰਜਾਬੀ ਦੇ ਵਿੱਚ ਲਿਟਰੇਚਰ ਦੇ ਵਿੱਚ ਸਭ ਤੋਂ ਪਹਿਲਾਂ ਕਵਿਤਾ ਭਾਗ ਹੀ ਆਉਂਦਾ ਅਤੇ ਆਪਾਂ ਸਟਾਰਟਿੰਗ ਤੋਂ ਹੀ ਸਟਾਰਟ ਕੀਤਾ। ਕਵਿਤਾ ਭਾਗ ਦੇ ਵਿੱਚ ਅੱਗੇ ਜਿਵੇਂ ਆਧੁਨਿਕ ਕਾਵਿ, ਗੁਰਮਤਿ ਕਾਵਿ, ਸੂਫੀ ਕਾਵਿ, ਕਿੱਸਾ ਕਾਵਿ ਅਤੇ ਵਾਰਤਕ ਕਾਵਿ, ਇਹ ਇਹਦੇ ਸਾਰੇ ਭਾਗ ਹੈ। ਅਤੇ ਸਭ ਤੋਂ ਪਹਿਲਾਂ ਆਪਾਂ ਆਧੁਨਿਕ ਕਾਵਿ, ਪਹਿਲਾ ਭਾਗ ਹੈ ਜਿਹੜਾ ਆਧੁਨਿਕ ਕਾਵਿ, ਇਹਦੇ ਬਾਰੇ ਪੜ੍ਹਾਂਗੇ। ਆਧੁਨਿਕ ਕਾਵਿ ਦੇ ਵਿੱਚ ਜਿਵੇਂ ਆਧੁਨਿਕ ਬੋਧ ਕਿਵੇਂ ਹੋਇਆ, ਆਧੁਨਿਕ ਕਾਵਿ ਦਾ ਲੋਕਾਂ ਨੂੰ ਆਧੁਨਿਕ ਬੋਧ ਕਿਵੇਂ ਹੋਇਆ, ਜਾਣੀ ਅੱਜ ਗਿਆਨ ਕਿਵੇਂ ਪ੍ਰਾਪਤ ਹੋਇਆ, ਉਹਦੇ ਬਾਰੇ ਅਸੀਂ ਪੜ੍ਹਾਂਗੇ। ਜਿਵੇਂ ਇਹਦੀ ਥੋੜ੍ਹੀ ਜਿਹੀ ਮੈਂ ਇੱਕ ਡੈਫੀਨੇਸ਼ਨ ਲਿਖੀ ਆ, ਸਾਰੇ ਜਣੇ ਦੇਖੋ, ਧਿਆਨ ਦਿਓ। ਆਧੁਨਿਕ ਬੋਧ ਤੋਂ ਭਾਵ ਉਸ ਬੋਧ ਤੋਂ ਹੈ ਜਿਹੜੀ ਆਦਿਕਾਲ ਅਤੇ ਮੱਧਕਾਲੀ ਸਾਹਿਤ ਤੋਂ ਬਾਅਦ 20ਵੀਂ ਸਦੀ ਦੇ ਸਾਹਿਤ ਵਿੱਚ ਸਾਡੇ ਸਾਹਮਣੇ ਆਈ। ਠੀਕ ਹੈ, ਜਿਵੇਂ ਆਧੁਨਿਕ ਬੋਧ ਦੇ ਵਿੱਚ ਦੇਖੋ ਕਈ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਆਉਂਦੀਆਂ, ਜਿਨ੍ਹਾਂ ਦੇ ਮੈਂ ਸਿਰਫ ਹੈਡਿੰਗ ਲਿਖੇ ਆ, ਮੇਨ ਪੁਆਇੰਟ, ਅਤੇ ਇਹਨਾਂ ਦੇ ਤੁਹਾਨੂੰ ਮੈਂ ਵਿਸਤਾਰ ਦੇ ਵਿੱਚ ਵੈਸੇ ਦੱਸ ਦੂੰਗੀ ਨਾਲ ਨਾਲ। ਜਿਵੇਂ ਵਿਗਿਆਨਿਕ ਚੇਤਨਾ ਦਾ ਪਸਾਰ, ਨਾਮ ਤੋਂ ਪਤਾ ਲੱਗਦਾ ਵੀ ਵਿਗਿਆਨਿਕ ਚੇਤਨਾ, ਜਾਣੀ ਜਦੋਂ ਵਿਗਿਆਨਿਕ ਯੁੱਗ ਆ ਗਿਆ, ਲੋਕਾਂ ਨੇ ਵਿਗਿਆਨ ਬਾਰੇ ਸੋਚਿਆ ਤਾਂ ਉਦੋਂ ਵਿਗਿਆਨਿਕ ਸਾਹਿਤ ਰਚਿਆ ਗਿਆ, ਜਾਣੀ ਕਿ ਲੋਕਾਂ ਦੀ ਸੋਚ ਸੀ ਜਿਹੜੀ ਉਹ ਵਿਗਿਆਨਿਕ ਹੋ ਗਈ। ਇਸ ਕਰਕੇ ਉਹਨਾਂ ਨੇ ਮਤਲਬ ਵਿਗਿਆਨਿਕ ਚੇਤਨਾ ਦਾ ਪਸਾਰ ਕੀਤਾ। ਜਿਵੇਂ ਇਹਦੇ ਵਿੱਚ ਪਹਿਲਾਂ ਜਿਵੇਂ ਰਹੱਸਵਾਦੀ ਵਿਚਾਰਧਾਰਾ ਚੱਲਦੀ ਸੀ, ਉਹਨੂੰ ਇੱਥੇ ਆ ਕੇ ਨਕਾਰਿਆ ਗਿਆ ਅਤੇ ਆਧੁਨਿਕ ਬੋਧ ਦੀ ਇਹ ਇੱਕ ਖਾਸ ਵਿਸ਼ੇਸ਼ਤਾ ਰਹੀ ਕਿ ਵਿਗਿਆਨਿਕ ਚੇਤਨਾ ਲੋਕਾਂ ਦੇ ਵਿੱਚ ਪੈਦਾ ਹੋ ਗਈ। ਦੂਜੇ ਨੰਬਰ 'ਤੇ ਸਾਡੇ ਕੋਲ ਆ ਗਿਆ ਸਾਹਿਤ ਵਿੱਚ ਨਵੀਨ ਦਰਸ਼ਨਾਂ ਦਾ ਪ੍ਰਗਟਾਵਾ। ਜਿਵੇਂ ਸਾਹਿਤ ਸਾਡੇ ਅੱਜ ਜਾਣੀ ਕਿ ਆਧੁਨਿਕ ਬੋਧ ਆ ਗਿਆ ਜਦੋਂ, ਉਹਦੇ ਵਿੱਚ ਕੀ ਹੈ, ਨਵੇਂ ਦਰਸ਼ਨ ਆ ਗਏ। ਨਵੇਂ ਦਰਸ਼ਨ ਕੀ ਸੀ 20ਵੀਂ ਸਦੀ ਦੇ ਵਿੱਚ, ਜਿਸ ਦਾ ਅੱਜ ਵੀ ਜ਼ਿਆਦਾ ਬੋਲਬਾਲਾ ਉਹ ਹੈ ਮਾਰਕਸਵਾਦ। ਮਾਰਕਸਵਾਦ ਦੇ ਆਧਾਰ ਦੇ ਉੱਤੇ ਉਹ ਇੱਕ ਸਾਹਿਤ ਚੇਤਨਾ ਦਾ ਅੰਗ ਬਣ ਗਿਆ ਅਤੇ ਉਹਦੇ ਨਾਲ ਬਹੁਤ ਸਾਰੇ ਜਿਹੜੇ ਇਸ ਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਆਧੁਨਿਕ ਜਾਣੀ ਕਵੀਆਂ ਨੇ ਪੰਜਾਬੀ ਸਾਹਿਤ ਦੀ ਰਚਨਾ ਕੀਤੀ। ਇਸ ਕਰਕੇ ਇਹਦੇ ਵਿੱਚ ਕੀ ਹੈ, ਬਹੁਤ ਸਾਰੀ ਸਿਰਜਣਾ ਹੋਈ ਨਵੀਨ ਦਰਸ਼ਨਾਂ ਦੇ ਪ੍ਰਗਟਾਵੇ ਦੇ ਵਿੱਚ। ਫਿਰ ਆ ਗਿਆ ਸਾਡੇ ਕੋਲ ਪ੍ਰਾਸਰੀਰਿਕ ਅੰਸ਼ਾਂ ਨੂੰ ਅਲਵਿਦਾ। ਪ੍ਰਾਸਰੀਰਿਕ ਜਿਵੇਂ ਰਹੱਸਵਾਦੀ ਸੀਗੇ ਜਿਹੜੇ, ਠੀਕ ਹੈ, ਉਹਨਾਂ ਨੂੰ ਕੀ ਕਿਹਾ ਗਿਆ, ਅਲਵਿਦਾ ਕਿਹਾ ਗਿਆ, ਜਾਣੀ ਬੰਦ ਕਰ ਦਿੱਤਾ ਗਿਆ ਵੀ ਰਹੱਸਵਾਦੀ ਮਤਲਬ ਸਾਹਿਤ ਦਾ ਰਚਨਾ ਨਹੀਂ ਹੈਗਾ, ਅਤੇ ਜਾਣੀ ਪ੍ਰਾਸਰੀਰਿਕ ਅੰਸ਼ਾਂ ਨੂੰ ਅਲਵਿਦਾ ਕਹਿ ਦਿੱਤਾ ਗਿਆ। ਠੀਕ ਹੈ, ਇਸ ਪੁਆਇੰਟ ਦਾ ਇਹ ਮਤਲਬ ਬਣਦਾ ਅਤੇ ਜਾਣੀ ਲੋਕਾਂ ਦੀ ਸੋਚ ਬਦਲ ਗਈ, ਵਿਗਿਆਨਿਕ ਤੱਥਾਂ ਦੇ ਆਧਾਰ 'ਤੇ ਲੋਕਾਂ ਨੇ ਸਾਹਿਤ ਦੀ ਰਚਨਾ ਕੀਤੀ। ਫਿਰ ਆ ਗਿਆ ਬੇਟੇ ਅਸਤਿਤਵਵਾਦੀ ਰੁਚੀ ਦਾ ਪਸਾਰ। ਅਸਤਿਤਵਵਾਦੀ ਰੁਚੀ ਇਹ ਸਾਰੀ ਜਨ ਜੀਵਨ 'ਤੇ ਘੁੰਮਦੀ ਹੈ, ਸਾਰਾ ਜਨ ਜੀਵਨ ਸਧਾਰਨ ਲੋਕਾਂ ਦੇ ਆਲੇ ਦੁਆਲੇ ਘੁੰਮਦਾ ਇਹ ਅਸਤਿਤਵਵਾਦੀ। ਠੀਕ ਹੈ, ਇੱਥੇ ਉਹਨਾਂ ਨੇ ਇੱਕ ਵਿਅਕਤੀ ਨੂੰ ਉਸੇ ਕੇਂਦਰਿਤ ਬਣਾਇਆ ਅਤੇ ਸਾਹਿਤ ਦੀ ਸਿਰਜਣਾ ਕੀਤੀ। ਬਹੁਤ ਸਾਰੇ ਕਵੀਆਂ ਨੇ ਕੀ ਕੀਤਾ, ਆਪਣੀ ਨਿੱਜੀ ਪੀੜ, ਦੁੱਖੀ ਵਿਸ਼ਾਦ ਨੂੰ ਇਸ ਸਾਹਿਤ ਦੇ ਵਿੱਚ ਲਿਆਂਦਾ ਅਸਤਿਤਵਵਾਦੀ ਰੁਚੀ ਦਾ ਪਸਾਰ ਕਰਕੇ। ਫਿਰ 5ਵੇਂ ਨੰਬਰ 'ਤੇ ਸਾਡੇ ਕੋਲ ਆ ਗਿਆ ਵੱਖ-ਵੱਖ ਵਾਦਾਂ ਅਤੇ ਲਹਿਰਾਂ ਅਧੀਨ ਰਚਿਆ ਸਾਹਿਤ। ਵੱਖ-ਵੱਖ ਵਾਦਾਂ, ਜਿਵੇਂ ਵਾਦ ਵਿਵਾਦ ਚੱਲਦੇ ਰਹੇ, ਲਹਿਰਾਂ ਚੱਲਦੀਆਂ ਰਹੀਆਂ, ਜਿਵੇਂ ਪ੍ਰਗਤੀਵਾਦੀ ਲਹਿਰ, ਜੁਝਾਰਵਾਦੀ ਲਹਿਰ, ਰੋਮਾਂਸਵਾਦੀ ਲਹਿਰ, ਸਾਹਿਤਕ ਲਹਿਰਾਂ, ਹੋਰ ਵੀ ਬਹੁਤ ਸਾਰੀਆਂ ਲਹਿਰਾਂ ਚੱਲਦੀਆਂ ਰਹੀਆਂ, ਜਿਨ੍ਹਾਂ ਦੇ ਅਧੀਨ ਕੀ ਸੀਗਾ ਵੀ ਸਾਹਿਤ ਦੀ ਰਚਨਾ ਹੋਈ। ਇਹਦੇ ਵਿੱਚ ਕਾਫੀ ਕਵੀ ਆਏ, ਜਿਵੇਂ ਪ੍ਰਯੋਗਵਾਦੀ ਕਵੀ ਸੀਗੇ, ਜਿਵੇਂ ਰਵਿੰਦਰ ਰਵੀ, ਅਜੈਬ ਕਮਲ, ਜਸਵੀਰ ਆਹਲੂਵਾਲੀਆ, ਅਤੇ ਇਸ ਤੋਂ ਬਿਨਾਂ ਜਿਵੇਂ ਆਤਮਜੀਤ, ਸੁਰਜੀਤ ਸਿੰਘ ਸੇਠੀ, ਉਹਨਾਂ ਨੇ ਨਾਟਕ ਲਿਖੇ, ਇਹਨਾਂ ਨੇ ਕਵਿਤਾਵਾਂ ਲਿਖੀਆਂ, ਇਹ ਕਾਵਿ ਸੰਗ੍ਰਹਿ ਰਚੇ ਗਏ। ਇਹ ਸਾਰੇ ਆਧੁਨਿਕ ਕਵੀ ਆ ਗਏ ਅਤੇ ਆਧੁਨਿਕ ਕਵੀਆਂ ਨੇ ਮਤਲਬ ਆਧੁਨਿਕ ਬੋਧ ਦੀ ਜਾਣਕਾਰੀ ਲੈ ਕੇ ਸਾਹਿਤ ਦੀ ਰਚਨਾ ਕੀਤੀ। ਇਹਨਾਂ ਤੋਂ ਬਿਨਾਂ ਨਾਰੀ ਲੇਖਕ ਵੀ ਹੈ ਕੁਝ, ਜਿਵੇਂ ਦਲੀਪ ਕੌਰ ਟਿਵਾਣਾ, ਪਾਲ ਕੌਰ, ਮਨਜੀਤ ਪਾਲ ਕੌਰ, ਕੁਲਦੀਪ ਕਲਪਨਾ ਆਦਿ ਕਾਫੀ ਪ੍ਰਮੁੱਖ ਹਨ, ਜਿਨ੍ਹਾਂ ਨੇ ਕੀ ਹੈ ਵੀ ਇਸੇ ਆਧੁਨਿਕ ਬੋਧ ਦੇ ਵਿੱਚ ਸਾਹਿਤ ਦੀ ਰਚਨਾ ਕੀਤੀ ਹੈ। ਹਾਂਜੀ, ਹੁਣ ਅੱਗੇ ਸਾਡੇ ਕੋਲ ਆ ਗਿਆ ਕਵਿਤਾ। ਜਾਣੀ ਕਵਿਤਾ ਦੇ ਬਾਰੇ ਤੁਹਾਨੂੰ ਮੈਂ ਦੱਸੂੰਗੀ ਵੀ ਪੁਰਾਣੇ ਸਮੇਂ ਦੇ ਵਿੱਚ ਕੀ ਸੀਗਾ ਵੀ ਕਵਿਤਾ ਅਤੇ ਗਦ ਦੋਨਾਂ ਦੇ ਲਈ ਇੱਕੋ ਹੀ ਸ਼ਬਦ ਵਰਤਿਆ ਜਾਂਦਾ ਸੀ, ਕਾਵਿ, ਚਾਹੇ ਉਹ ਕਵਿਤਾ ਦਾ ਭਾਗ ਹੋਵੇ ਜਾਂ ਫਿਰ ਗਦ ਹੋਵੇ, ਜਾਣੀ ਵਾਰਤਕ ਰੂਪ, ਸਾਹਿਤ ਦਾ ਕੋਈ ਵੀ ਰੂਪ ਹੋਵੇ, ਤਾਂ ਕਾਵਿ ਸ਼ਬਦ ਦੀ ਹੀ ਵਰਤੋਂ ਕੀਤੀ ਜਾਂਦੀ ਸੀ।
ਪਰ ਉਸ ਤੋਂ ਬਾਅਦ ਜਿਵੇਂ ਹੁਣ ਪਹਿਲਾਂ ਅਰਸਤੂ ਦੇ ਅਧੀਨ ਵੀ ਜਿਹੜਾ ਕਾਵਿ ਸ਼ਾਸਤਰ ਸੀਗਾ, ਉਹਨੇ ਵੀ ਕਾਵਿ ਸ਼ਾਸਤਰ ਜਾਣੀ ਨਾਟਕ ਤੇ ਨਾਟਕੀ ਸਿਧਾਂਤ ਦੋਨਾਂ ਚੀਜ਼ਾਂ ਨੂੰ ਕੀ ਕਿਹਾ, ਕਾਵਿ ਹੀ ਕਿਹਾ ਗਿਆ ਅਰਸਤੂ ਦੇ ਅਧੀਨ ਵੀ। ਫਿਰ ਉਸ ਤੋਂ ਬਾਅਦ 'ਚ ਆਚਾਰੀਆ ਭਾਮੇ ਤੇ ਆਚਾਰੀਆ ਭਰਥਰੀ ਹਰੀ ਆ ਗਏ। ਇਹਨਾਂ ਦੋਨਾਂ ਜਣਿਆਂ ਨੇ ਵੀ ਕਾਵਿ ਤੇ ਸਾਹਿਤ ਨੂੰ ਬਰਾਬਰ ਇਕੁਅਲ ਟੂ ਬਰਾਬਰ ਦਾ ਹੀ ਮਤਲਬ ਸਥਾਨ ਦਿੱਤਾ ਵੀ ਕਾਵਿ ਤੇ ਸਾਹਿਤ ਇੱਕੋ ਹੀ ਗੱਲ ਹੈ, ਬਰਾਬਰ ਹੈ। ਇਸੇ ਤਰ੍ਹਾਂ ਹੀ 10ਵੀਂ ਸਦੀ ਤੱਕ ਜਿਹੜਾ ਕਾਵਿ ਤੇ ਸਾਹਿਤ ਸੀ ਉਸ ਨੂੰ ਸਮਾਨਾਰਥਕ ਹੀ ਮੰਨਿਆ ਗਿਆ। ਜਾਣੀ ਕਾਵਿ ਤੇ ਸਾਹਿਤ ਦੇ ਜਿਹੜੇ ਵੀ ਰੂਪ ਉਸ ਸਮੇਂ ਪ੍ਰਚਲਿਤ ਸਨ, ਉਹਨਾਂ ਸਾਰਿਆਂ ਨੂੰ ਕੀ ਸੀ, ਕਾਵਿ ਹੀ ਕਿਹਾ ਜਾਂਦਾ ਸੀ। ਅੱਗੇ ਆ ਗਿਆ ਰਾਜਸ਼ੇਖਰ ਨੇ ਸਭ ਤੋਂ ਪਹਿਲਾਂ ਸਾਹਿਤ ਸ਼ਬਦ ਦੀ ਵਰਤੋਂ ਕੀਤੀ ਹੈ। ਸਭ ਤੋਂ ਪਹਿਲਾਂ ਸਾਹਿਤ ਦੀ ਵਰਤੋਂ ਕੀਤੀ ਹੈ ਰਾਜਸ਼ੇਖਰ ਨੇ ਸਭ ਤੋਂ ਪਹਿਲਾਂ। ਫਿਰ ਕੀ ਆ, ਉਸ ਤੋਂ ਬਾਅਦ 'ਚ ਆ ਗਏ ਐਂਬਰੇ ਕਰਾਮੀ ਨੇ ਵੀ ਕੀ ਕਿਹਾ, ਆਪਣੀ ਬੁੱਕ ਇੱਕ ਲਿਖੀ ਪ੍ਰਿੰਸੀਪਲ ਆਫ ਲਿਟਰੇਰੀ ਕ੍ਰਿਟਿਸਿਜ਼ਮ। ਇਹਦੇ ਵਿੱਚ ਵੀ ਉਹਨੇ ਕੀ, ਕਾਵਿ ਇਜ਼ ਇਕੁਅਲ ਟੂ ਸਾਹਿਤ ਦੇ ਸਾਰੇ ਰੂਪ, ਜਾਣੀ ਸਾਹਿਤ ਦੇ ਸਾਰੇ ਰੂਪ ਕਾਵਿ ਤੇ ਸਾਹਿਤ ਨੂੰ ਵੀ ਉਹਨੇ ਬਰਾਬਰ ਹੀ ਮੰਨਿਆ। ਪਰ ਅੱਜ ਕੱਲ੍ਹ ਕੀ ਹੈਗਾ, ਅੱਜ ਕੱਲ੍ਹ ਜਿਹੜਾ ਕਾਵਿ ਸ਼ਬਦ ਹੈ ਉਹ ਸਿਰਫ ਕਵਿਤਾ ਦੇ ਲਈ ਹੀ ਵਰਤਿਆ ਜਾਂਦਾ ਹੈ। ਕਵਿਤਾ ਲਈ ਜਿਵੇਂ ਜਿਹੜੀ ਛੰਦਬੱਧ ਰਚਨਾ ਹੋ ਗਈ, ਕਵਿਤਾ ਆ ਗਈ, ਉਹੀ ਕੀ ਹੈ, ਉਸ ਨੂੰ ਹੀ ਕਾਵਿ ਕਿਹਾ ਜਾਂਦਾ ਹੈ। ਕਵਿਤਾ ਨੂੰ ਅੰਗਰੇਜ਼ੀ ਵਿੱਚ ਅਸੀਂ ਜਾਣਦੇ ਹੀ ਹਾਂ, ਦੇਖੋ ਪੋਇਟਰੀ ਆਖਦੇ ਆ, ਅਤੇ ਪੋਇਟਰੀ ਸ਼ਬਦ ਹੈ ਜਿਹੜਾ ਉਹ ਪੋਇਟ ਤੋਂ ਬਣਿਆ, ਅਤੇ ਇਹ ਇੱਕ ਯੂਨਾਨੀ ਭਾਸ਼ਾ ਦਾ ਸ਼ਬਦ ਹੈ। ਯੂਨਾਨੀ ਭਾਸ਼ਾ ਦੇ ਵਿੱਚ ਜਿਹੜਾ ਪੋਇਟਸ ਹੈ ਨਾ, ਉਸ ਧਾਤੂ ਤੋਂ ਲਿਆ ਗਿਆ। ਇਸ ਕਰਕੇ ਜਾਣੀ ਜਿਹੜੇ ਯੂਨਾਨੀ ਲੋਕ ਸੀਗੇ ਉਹ ਇਸ ਨੂੰ ਕਹਿੰਦੇ ਸੀਗੇ ਜਿਵੇਂ ਘਾੜਾ ਜਾਂ ਨਿਰਮਾਤਾ, ਕਿਸੇ ਚੀਜ਼ ਦਾ ਘਾੜਾ ਜਾਂ ਨਿਰਮਾਤਾ, ਉਸ ਨੂੰ ਕੀ ਕਿਹਾ ਜਾਂਦਾ ਸੀਗਾ, ਪੋਇਟ ਕਿਹਾ ਜਾਂਦਾ ਸੀ, ਜਾਣੀ ਕਵੀ। ਜਿਵੇਂ ਕਵਿਤਾ ਰਚਨ ਵਾਲਾ ਕਵਿਤਾ ਦਾ ਘਾੜਾ ਹੋ ਗਿਆ, ਠੀਕ ਹੈ, ਕਵਿਤਾ ਨੂੰ ਘਾੜਨ ਵਾਲਾ ਹੋ ਗਿਆ, ਸਿਰਜਣਹਾਰ ਹੋ ਗਿਆ, ਉਹਨੂੰ ਕੀ ਕਿਹਾ ਜਾਂਦਾ, ਮਤਲਬ ਉਸ ਨੂੰ ਪੋਇਟ ਸ਼ਬਦ ਦੀ ਵਰਤੋਂ ਕੀਤੀ ਹੈ ਅਤੇ ਆਪਾਂ ਉਸ ਨੂੰ ਕਵੀ ਕਹਿੰਦੇ ਹਾਂ, ਠੀਕ ਹੈ। ਅਤੇ ਕਵੀ ਨੂੰ ਵੈਸੇ ਵੀ ਬਹੁਤ ਉੱਚਾ ਸਥਾਨ ਹੈ, ਜਿਵੇਂ ਅਗਨੀ ਪੁਰਾਣ ਦੇ ਵਿੱਚ ਕਵੀ ਨੂੰ ਬਹੁਤ ਹੀ ਉੱਚਾ ਦਰਜਾ ਦਿੱਤਾ ਗਿਆ ਹੈ, ਜਿਹਦੇ ਵਿੱਚ ਕੀ ਹੈ, ਕਵੀ ਨੂੰ ਉਹਨਾਂ ਨੇ ਬਾਦਸ਼ਾਹ, ਸੰਸਾਰ ਦਾ ਬਾਦਸ਼ਾਹ ਕਿਹਾ। ਅਗਨੀ ਪੁਰਾਣ ਦੇ ਵਿੱਚ ਸੰਸਾਰ ਦਾ ਬਾਦਸ਼ਾਹ ਕਿਹਾ ਜਾਂਦਾ ਕਵੀ ਨੂੰ। ਇਹ ਕਈ ਵਾਰ ਕੁਐਸਚਨ ਆ ਜਾਂਦਾ ਆਪਾਂ ਨੂੰ ਵੀ ਮਤਲਬ ਕਿਹਨੂੰ ਸੰਸਾਰ ਦਾ ਬਾਦਸ਼ਾਹ ਕਿਹਾ ਜਾਂਦਾ, ਇਹਦੇ ਵਿੱਚ ਅਗਨੀ ਪੁਰਾਣ ਦੇ ਵਿੱਚ ਤਾਂ ਕਵੀ ਨੂੰ ਕਿਹਾ ਜਾਂਦਾ ਸੰਸਾਰ ਦਾ ਬਾਦਸ਼ਾਹ। ਅੱਗੇ ਆਪਾਂ ਪੜ੍ਹਾਂਗੇ, ਦੇਖੋ ਹੁਣ ਖੁੱਲ੍ਹੀ ਕਵਿਤਾ ਬਾਰੇ। ਖੁੱਲ੍ਹੀ ਕਵਿਤਾ ਕੀ ਹੁੰਦੀ ਹੈ, ਦੇਖੋ ਨਾਮ ਤੋਂ ਪਤਾ ਲੱਗ ਰਿਹਾ ਵੀ ਖੁੱਲ੍ਹੀ ਕਵਿਤਾ ਜਿਹੜੀ ਕਿ ਖੁੱਲ੍ਹੇ ਡੁੱਲੇ ਮਾਹੌਲ ਦੇ ਵਿੱਚ ਲਿਖੀ ਜਾਂਦੀ ਹੈ, ਉਸ ਨੂੰ ਕੀ ਹੈ, ਖੁੱਲ੍ਹੀ ਕਵਿਤਾ ਕਹਿੰਦੇ ਹਨ। ਖੁੱਲ੍ਹੀ ਕਵਿਤਾ ਦੀ ਦੇਖੋ ਜਿਹੜੀ ਸ਼ੁਰੂਆਤ ਹੋਈ ਹੈ ਉਹ ਪੱਛਮੀ ਸਾਹਿਤ ਦੇ ਪ੍ਰਭਾਵ ਦੇ ਅਧੀਨ ਹੋਈ ਹੈ। ਜਿਵੇਂ 19ਵੀਂ ਸਦੀ ਦੇ ਵਿੱਚ ਕੀ ਹੈ, 19ਵੀਂ ਸਦੀ ਦੇ ਵਿੱਚ ਕਿਹਾ ਗਿਆ, ਇਹਨਾਂ ਨੇ ਮਤਲਬ ਵਿਰੋਧ ਕੀਤਾ ਨਿਯਮਾਂ ਦਾ ਅਤੇ ਛੰਦਾਬੱਦੀ ਦਾ। ਇਸ ਦਾ ਵਿਰੋਧ ਕੀਤਾ ਗਿਆ ਕਿ ਕੋਈ ਵੀ ਕਵਿਤਾ ਦੇ ਵਿੱਚ ਛੰਦ ਨਹੀਂ ਹੋਣੇ ਚਾਹੀਦੇ, ਕੋਈ ਨਿਯਮ ਨਹੀਂ ਹੋਣਾ ਚਾਹੀਦਾ, ਕੋਈ ਬੰਦਿਸ਼ਾਂ ਨਹੀਂ ਹੋਣੀਆਂ ਚਾਹੀਦੀਆਂ। ਅਤੇ ਸਭ ਤੋਂ ਪਹਿਲਾ ਕਵੀ ਸੀਗਾ ਜਿਹੜਾ ਯੂਰਪ ਦਾ ਕਵੀ ਅਤੇ ਅਮਰੀਕਨ ਕਵੀ, ਇਹਨੇ ਰੋਮਾਂਟਿਕ ਕਵੀ ਹੈ, ਇਹ ਰੋਮਾਂਟਿਕ ਕਵੀ, ਠੀਕ ਹੈ। ਇਹਨਾਂ ਨੇ ਕੀ ਕੀਤਾ, ਇਹ ਕਹਿੰਦੇ ਵੀ ਕੋਈ ਵੀ ਨਿਯਮਾਂ ਦੇ ਵਿੱਚ, ਕੋਈ ਬੰਦਿਸ਼ਾਂ ਦੇ ਵਿੱਚ ਨਹੀਂ ਬੱਝੀ ਹੋਣੀ ਚਾਹੀਦੀ ਕਵਿਤਾ। ਪਹਿਲਾਂ ਤੁਸੀਂ ਨਾਮ ਦੇਖ ਲਓ ਇਹਦਾ, ਯੂਰਪ ਦਾ ਕਵੀ ਸੀਗਾ ਵਿਕਟਰ ਹਿਊਗੋ ਅਤੇ ਅਮਰੀਕਨ ਕਵੀ ਸੀਗਾ ਵਾਲਟ ਵਿਟਮੈਨ, ਠੀਕ ਹੈ। ਫਿਰ ਇਹਨਾਂ ਸਾਰਿਆਂ ਤੋਂ, ਇਹਨਾਂ ਕਵੀਆਂ ਤੋਂ ਪ੍ਰਭਾਵਿਤ ਹੋ ਕੇ ਸਾਡੇ ਪੰਜਾਬੀ ਕਵੀ ਸਭ ਤੋਂ ਪਹਿਲੇ ਜਿਨ੍ਹਾਂ ਦਾ ਸਿਹਰਾ, ਮਤਲਬ ਜਿਨ੍ਹਾਂ ਨੂੰ ਖੁੱਲ੍ਹੀ ਕਵਿਤਾ ਦਾ ਸਿਹਰਾ ਜਾਂਦਾ, ਜਿਨ੍ਹਾਂ ਦੇ ਸਿਰ, ਉਹ ਹੈਗੇ ਨੇ ਪ੍ਰੋਫੈਸਰ ਪੂਰਨ ਸਿੰਘ ਜੀ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਕਵਿਤਾਵਾਂ ਲਿਖੀਆਂ, ਖੁੱਲ੍ਹੀ ਕਵਿਤਾ ਇਹਨਾਂ ਨੇ ਲਿਖੀ ਹੈ। ਇਹਨਾਂ ਨੇ ਕਿਹਾ ਵੀ ਮਤਲਬ ਸਾਰੀਆਂ ਕਵਿਤਾ ਜਿਹੜੀਆਂ ਉਹ ਖੁੱਲ੍ਹੀਆਂ ਹੀ ਹੋਣੀਆਂ ਚਾਹੀਦੀਆਂ, ਉਹਨਾਂ ਦੇ ਵਿੱਚ ਕੋਈ ਵੀ ਲਘੂ, ਗੁਰੂ, ਗਤੀ, ਜਤੀ, ਤੁਕਾਂਤ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇਹਨਾਂ ਚੀਜ਼ਾਂ ਦੀ ਅਣਹੋਂਦ ਕਿਹਾ ਉਹਨਾਂ ਨੇ, ਅਣਹੋਂਦ ਹੋਣੀ ਚਾਹੀਦੀ ਹੈ, ਠੀਕ ਹੈ। ਸਿਰਫ ਲੈਅ ਅਤੇ ਤਾਲ ਨੂੰ ਹੀ ਅਹਿਮੀਅਤ ਦਿੱਤੀ ਗਈ ਹੈ ਇਹਦੇ ਵਿੱਚ। ਅਤੇ ਖੁੱਲ੍ਹੀ ਕਵਿਤਾ ਦੀ ਜੇ ਆਪਾਂ ਪਰਿਭਾਸ਼ਾ ਬਾਰੇ ਗੱਲ ਕਰੀਏ ਤਾਂ ਖੁੱਲ੍ਹੀ ਕਵਿਤਾ ਦੀ ਕੋਈ ਪੂਰਨ ਪਰਿਭਾਸ਼ਾ ਸਾਨੂੰ ਨਹੀਂ ਮਿਲਦੀ, ਕਿਉਂਕਿ ਖੁੱਲ੍ਹੀ ਕਵਿਤਾ ਤੋਂ ਭਾਵ ਉਹੀ ਹੈ ਵੀ ਜਿਵੇਂ ਛੰਦ ਜਾਂ ਤੁਕਾਂਤ ਦਾ ਪਾਬੰਦੀ, ਇਹਨੂੰ ਕੋਈ ਵੀ ਸਵੀਕਾਰ ਇਹ ਨਹੀਂ ਕਰਦੀ, ਕਿਸੇ ਵੀ ਕਿਸਮ ਦੀ ਕੋਈ ਛੰਦ ਜਾਂ ਤੁਕਾਂਤ ਦੀ ਪਾਬੰਦੀ, ਠੀਕ ਹੈ। ਇਸ ਕਰਕੇ ਵੀ ਉਸ ਨੂੰ ਹੀ ਖੁੱਲ੍ਹੀ ਕਵਿਤਾ ਕਿਹਾ ਜਾਂਦਾ, ਜਿਹਦੇ ਵਿੱਚ ਕੀ ਹੈ, ਲਘੂ, ਗੁਰੂ, ਗਤੀ, ਜਤੀ, ਤੁਕਾਂਤ ਇਹਨਾਂ ਚੀਜ਼ਾਂ ਦੀ ਅਣਹੋਂਦ ਹੁੰਦੀ ਹੈ। ਅਤੇ ਹਾਂਜੀ, ਪ੍ਰੋਫੈਸਰ ਪੂਰਨ ਸਿੰਘ ਦੀ ਆਪਾਂ ਨੇ ਗੱਲ ਕੀਤੀ ਸੀ। ਪ੍ਰੋਫੈਸਰ ਪੂਰਨ ਸਿੰਘ ਨੇ ਜਿਵੇਂ ਕਈ ਲਿਖੇ ਨੇ ਆਪਦੇ ਕਾਵਿ ਸੰਗ੍ਰਹਿ, ਇਹ ਉਹਨਾਂ ਦੇ ਕਾਵਿ ਸੰਗ੍ਰਹਿ ਹੈ, ਜਿਹੜੇ ਕਿਹੜੇ ਨੇ, ਜਿਵੇਂ ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਡ, ਖੁੱਲ੍ਹੇ ਅਸਮਾਨੀ ਰੰਗ, ਇਹ ਸਾਰੇ ਕੀ ਨੇ, ਇਹ ਪ੍ਰੋਫੈਸਰ ਪੂਰਨ ਸਿੰਘ ਦੇ ਲਿਖੇ ਹੋਏ ਕਾਵਿ ਸੰਗ੍ਰਹਿ ਹੈ, ਜਿਨ੍ਹਾਂ ਨੇ ਖੁੱਲ੍ਹੀ ਕਵਿਤਾ ਦੇ ਕਾਰਨ ਲਿਖੇ ਆ, ਠੀਕ ਹੈ, ਖੁੱਲ੍ਹੀ ਕਵਿਤਾ ਦੇ
ਅੰਦਰ ਲਿਖੇ ਆ। ਤੇ ਮੈਂ ਤੁਹਾਨੂੰ ਇੱਕ ਖੁੱਲੀ ਕਵਿਤਾ ਜਿਹੜੀ ਮੈਂ ਉਰੇ ਲਿਖੀ ਨਹੀਂ ਹੈਗੀ, ਪਰ ਉਹਦੀਆਂ ਥੋੜ੍ਹੀਆਂ ਜਿਹੀਆਂ ਲਾਈਨਾਂ ਤੁਹਾਨੂੰ ਇਹਦੀ ਹੈਗੀ ਹੈ ਜਵਾਨ ਪੰਜਾਬ ਦੇ। ਵੈਸੇ ਤਾਂ ਤਕਰੀਬਨ ਆਪਣੀਆਂ ਕਿਤਾਬਾਂ ਦੇ ਵਿੱਚ ਆਉਂਦੀ ਹੋਈ ਹੈ ਇਹ ਕਵਿਤਾ, ਉਹਨਾਂ ਬਾਰੇ ਤੁਸੀਂ ਪੜ੍ਹੀ ਹੋਣੀ ਹੈ ਇਹ, ਪਰ ਫਿਰ ਵੀ ਤੁਹਾਨੂੰ ਥੋੜ੍ਹੀਆਂ ਜਿਹੀਆਂ ਲਾਈਨਾਂ ਦੱਸਦਾ ਜਵਾਨ ਪੰਜਾਬ ਦੇ। ਜਿਵੇਂ ਇਹ ਬੇਪਰਵਾਹ ਜਵਾਨ ਪੰਜਾਬ ਦੇ, ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲੇ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ 'ਤੇ ਉਲਾਰ ਕੇ। ਇਹ ਵਾਲੀ ਕਵਿਤਾ ਜਿਹੜੀ ਜਵਾਨ ਪੰਜਾਬ ਦੇ, ਦੇਖੋ ਖੁੱਲੀ ਕਵਿਤਾ ਲਿਖੀ ਵੀ ਆ, ਕੋਈ ਵੀ ਤੁੱਕ ਨਾਲ ਤੁੱਕ ਨਹੀਂ ਮਿਲਦੀ, ਕੋਈ ਇਹ ਨਹੀਂ ਹੈਗਾ ਵੱਡੀ ਛੋਟੀਆਂ ਲਾਈਨਾਂ ਜਿਵੇਂ ਵੀ ਚੱਲੀਆਂ ਉਵੇਂ ਲਿਖੀਆਂ ਗਈਆਂ। ਇਹ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਹੈ, ਠੀਕ ਹੈ। ਇਸ ਤੋਂ ਬਿਨਾਂ ਮਤਲਬ ਹੋਰ ਕਵੀ ਵੀ ਹੈਗੇ ਆ ਸਾਡੇ ਜਿਨ੍ਹਾਂ ਨੇ ਖੁੱਲੀਆਂ ਕਵਿਤਾ ਰਚੀਆਂ, ਪਰ ਸਿਹਰਾ ਜਿਹੜਾ ਉਹ ਸਭ ਤੋਂ ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਦੇ ਨਾਮ ਵੱਜਦਾ। ਅਤੇ ਫਿਰ ਉਸ ਤੋਂ ਬਿਨਾਂ ਹੈਗੇ ਨੇ ਕਵੀ ਜਿਵੇਂ ਬਾਵਾ ਬਲਵੰਤ, ਪਾਸ਼, ਸੁਰਜੀਤ ਪਾਤਰ, ਅੰਮ੍ਰਿਤਾ ਪ੍ਰੀਤਮ, SS ਮੀਸ਼ਾ, ਰਵਿੰਦਰ ਰਵੀ, ਡਾਕਟਰ ਹਰਭਜਨ ਸਿੰਘ, ਉਹਨਾਂ ਨੇ ਕਾਫੀ ਕਵੀਆਂ ਨੇ ਹੋਰ ਵੀ ਖੁੱਲੀ ਕਵਿਤਾ ਦੀ ਰਚਨਾ ਕੀਤੀ ਹੈ। ਹੁਣ ਖੁੱਲੀ ਕਵਿਤਾ ਦੇ ਕੁਝ ਕੁ ਲੱਛਣ ਮੈਂ ਤੁਹਾਨੂੰ ਦੱਸਦਾ। ਤੁਕਾਂ ਦੀ ਗਿਣਤੀ ਅਤੇ ਆਕਾਰ, ਕੋਈ ਇਹਦੇ ਵਿੱਚ ਤੁਕਾਂ ਦੀ ਗਿਣਤੀ ਅਤੇ ਆਕਾਰ ਨਹੀਂ ਹੁੰਦਾ, ਠੀਕ ਹੈ। ਇਹਦੀ ਕੋਈ ਨਿਸ਼ਚਿਤ ਸੀਮਾ ਨਹੀਂ ਹੁੰਦੀ। ਇਦੋਂ ਬਿਨਾਂ ਤੁਕਾਂਤ ਮੇਲ ਦੀ ਅਣਹੋਂਦ ਹੁੰਦੀ ਹੈ, ਤੁਕਾਂਤ ਮੇਲ ਦੀ ਅਣਹੋਂਦ। ਤੁਕਾਂਤ ਮੇਲ ਜਿਵੇਂ ਤੁਕ ਨਾਲ ਤੁਕ ਨਾ ਮਿਲਣੀ, ਠੀਕ ਹੈ। ਕੋਈ ਵੀ ਤੁਕ ਲਿਖੀ ਗਈ ਹੈ ਉਹਦੇ ਨਾਲ ਦੂਜੀ ਤੁਕ ਨਹੀਂ ਮਿਲਦੀ, ਤਾਂ ਉਹਨੂੰ ਕਿਹਾ ਜਾਂਦਾ ਤੁਕਾਂਤ ਮੇਲ ਦੀ ਅਣਹੋਂਦ। ਇਸ ਤੋਂ ਬਿਨਾਂ ਖੁੱਲੀ ਕਵਿਤਾ ਦੇ ਵਿੱਚ ਕਵੀ ਦੀ ਭਾਵਨਾ ਅਨੁਸਾਰ ਪ੍ਰਗਟਾਵਾ ਹੁੰਦਾ ਉਹਦੇ ਵਿੱਚ। ਫਿਰ ਕੀ ਹੈ, ਇਹ ਛੰਦਾਂ ਦੀ ਵਰਤੋਂ ਤਾਂ ਨਹੀਂ ਹੁੰਦੀ, ਪਰ ਤਾਲ ਅਤੇ ਲੈਅ ਮੈਂ ਤੁਹਾਨੂੰ ਉੱਪਰ ਵੀ ਦੱਸ ਚੁੱਕੀ ਹਾਂ, ਤਾਲ ਅਤੇ ਲੈਅ ਇਹਦੇ ਵਿੱਚ ਹੁੰਦੀ ਹੈ ਖੁੱਲੀ ਕਵਿਤਾ ਦੇ ਅੰਦਰ। ਜਾਣੀ ਲੈਅ ਜ਼ਰੂਰ ਬਣਦੀ ਹੈ, ਤਾਲ ਜ਼ਰੂਰ ਬਣਦੀ ਹੈ, ਪਰ ਕੀ ਹੈ ਛੰਦ ਦੀ ਵਰਤੋਂ ਤੋਂ ਬਿਨਾਂ ਬਣਦੀ ਹੈ। ਇਸ ਤੋਂ ਬਿਨਾਂ ਇਹਦੇ ਵਿੱਚ ਭਾਵਾਂ ਦਾ ਅਰੁੱਖ ਪ੍ਰਗਟਾਵਾ ਹੁੰਦਾ, ਜਾਣੀ ਜਿਹੜੇ ਕਵੀ ਦੇ ਭਾਵ ਹੈ, ਭਾਵਾਂ ਦੇ ਪ੍ਰਭਾਵ ਹੈ, ਉਹ ਅਰੁੱਖ ਹੁੰਦੇ ਆ, ਕਿਤੇ ਜਾ ਕੇ ਰੁਕਦੇ ਨੇ। ਇਹ ਤੋਂ ਬਿਨਾਂ ਜਿਹੜੀ ਖੁੱਲੀ ਕਵਿਤਾ ਹੁੰਦੀ ਆ ਉਹ ਵਾਰਤਕ ਵਰਗੀ ਲੱਗਦੀ ਹੈ ਦੇਖਣ ਦੇ ਵਿੱਚ, ਜਿਵੇਂ ਵਾਰਤਕ ਮਤਲਬ ਪੂਰੀ ਲੰਬੀ ਵੱਡੀ ਚੌੜੀ ਕਵਿਤਾ ਲਿਖੀ ਵੀ ਹੁੰਦੀ ਹੈ ਵਾਰਤਕ, ਠੀਕ ਹੈ। ਇਸ ਕਰਕੇ ਕੀ ਹੈ, ਇਹਨੂੰ ਦੇਖਣ 'ਚ ਇਹਦੀ ਦਿੱਖ ਹੈ ਜਿਹੜੀ ਉਹ ਵਾਰਤਕ ਵਰਗੀ ਲੱਗਦੀ ਹੈ। ਅੱਜ ਲਈ ਇੰਨਾ ਹੀ, ਅਤੇ ਆਪਣੀ ਅਗਲੀ ਵੀਡੀਓ ਦਾ ਵਿਸ਼ਾ ਰਹੇਗਾ ਕਵਿਤਾ ਦੇ ਭੇਦ। ਮੇਰੀ ਹਰ ਵੀਡੀਓ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।